किछ थिर न रहाई, हर दीजह नाम प्यारी जीओ। धन वाहिगुरु साहिब जीओ, स्वामी को ग्रह ज्यों सदा, स्वान तजत नहीं नित। नानक ए बिद हर भजो, इक मन होए इक चित। स्वामी को ग्रह ज्यों सदा, स्वान तजत नहीं नित। नानक ए बिद हर भजो, इक मन होए इक चित। ਸਾਹਿਬਾਂ ਦੀ ਮੁਕੱਦਸ ਮੁਬਾਰਕ ਖੁਸ਼ੀਆਂ ਭਰੀ ਗੋਦ ਵਿੱਚ ਸਜ ਬੈਠੇ ਸਤ ਸੰਗੀ ਜਨੋ, ਵੱਡ ਭਾਗੇ ਖਾਮ ਨਿਤਾ ਪ੍ਰਤੀ ਦੀ ਤਰ੍ਹਾਂ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਵਿੱਚ ਬੈਠ ਕੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜਿਨ੍ਹਾਂ ਦੀ ਪਾਵਨ ਬਾਣੀ ਆਪ ਜੀ ਦੇ ਨਾਲ ਵਿਚਾਰ ਵਜੋਂ ਸਾਂਝੀ ਕਰ ਰਿਹਾ, ਉਸ ਦਾ 45 ਨੰਬਰ ਸ਼ਲੋਕ ਆਪ ਜੀ ਨੇ ਸਰਵਣ ਕੀਤਾ। ਇਸ ਪਾਵਨ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਰਹਿਮਤ ਕੀ ਬਖਸ਼ਿਸ਼ ਕਰਦੇ ਆ, ਉਸ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਸਤਿਗੁਰੂ ਜੀ ਦੇ ਚਰਨਾਂ 'ਚ ਸੀਸ ਨਵਾਈਏ, ਸਤਿਗੁਰੂ ਜੀ ਤੋਂ ਆਗਿਆ ਲਈਏ। ਇਸ ਪਾਵਨ ਸ਼ਬਦ ਦੀ ਵਿਚਾਰ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਾ ਲੈਣ। ਜਿੱਥੇ ਸਤਿਗੁਰੂ ਜੀ ਇਹ ਵਿਚਾਰ ਕਰਾਉਣ, ਉੱਥੇ ਇਹ ਬਚਨ ਤੁਹਾਡੇ ਤੇ ਮੇਰੇ ਹਿਰਦੇ ਅੰਦਰ ਵਸ ਜਾਣ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਇੱਕੇ ਵਾਰੀ ਕਹਿਣ ਤੇ ਹੱਥ ਜੋੜ ਕੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਦੀਵਾਨ ਦੇ ਅੰਦਰ ਆਪਾਂ ਇਹ ਗੱਲ ਸਾਂਝੀ ਕੀਤੀ ਸੀ, ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੀ ਮਨ। ਸਤਿਗੁਰੂ ਜੀ ਕਹਿੰਦੇ ਸਨ, ਜਿਹਦੇ ਮਨ ਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਉਹਨੂੰ ਸਤਿਗੁਰੂ ਜੀ ਨੇ ਸੂਕਰ ਤੇ ਸਵਾਨ ਦੇ ਨਾਲ ਉਸ ਤਨ ਦੀ, ਉਸ ਸਰੀਰ ਦੀ, ਉਸ ਮਨ ਬਿਰਤੀ ਦੀ ਤੁਲਨਾ ਦਿੱਤੀ। ਭਾਵ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਇਹ ਵਿਚਾਰਿਆ ਸੀ, ਉਹ ਬੰਦਾ ਜਿਹੜਾ ਪਰਮਾਤਮਾ ਦੀ ਸਿਫਤੋ ਸਲਾਹ ਨਹੀਂ ਕਰਦਾ, ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਸੂਕਰ ਹੈ, ਭਾਵ ਉਹ ਸੂਰ ਹੈ। ਸਵਾਨ ਹੈ, ਭਾਵ ਉਹ ਕੁੱਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਤੇ ਉਹਦੇ ਵਿੱਚੋਂ ਆਪਾਂ ਬਾਣੀ ਵਿੱਚੋਂ ਇਹ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸੱਚ ਕਰਕੇ ਨਾਲ ਇਹ ਵੀ ਬਚਨ ਤੁਹਾਡੇ ਨਾਲ ਸਾਂਝਾ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਇਹੀ ਗੱਲਾਂ ਮਨੁੱਖ ਨੂੰ ਕਹਿ ਰਹੇ ਆ। ਗੁਰ ਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜੋਨ ਭ੍ਰਸ਼ਟਨੈ। ਉੱਥੇ ਸਤਿਗੁਰੂ ਜੀ ਕਹਿੰਦੇ ਆ, ਸੂਕਰੈ ਕੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਆ ਸਾਰਾ ਕੁਝ ਬੰਦਾ ਹੈ। ਚਲੋ ਇੱਥੇ ਤਾਂ ਸਤਿਗੁਰੂ ਜੀ ਨੇ ਸਿਰਫ ਸੂਕਰ ਤੇ ਸਵਾਨ ਦੀ ਗੱਲ ਕੀਤੀ, ਉੱਥੇ ਤਾਂ ਸਤਿਗੁਰੂ ਜੀ ਕਹਿੰਦੇ ਕਾਂ ਹੈ, ਇਹ ਗਧਾ ਹੈ,
ਇਹ ਇਹਨਾਂ ਚੀਜ਼ਾਂ ਦੇ ਨਾਲ ਸਤਿਗੁਰੂ ਜੀ ਨੇ ਉੱਥੇ ਹੋਰ ਆਪਣੇ ਕੋਲੋਂ ਵੀ 2-3 ਐਡ ਕਰ ਦਿੱਤੇ ਕਿ ਵੀ ਇਹ ਵੀ ਇਹਦੇ ਅੰਦਰ ਬਿਰਤੀਆਂ ਨੇ ਸਰੋ ਵਿਚਾਰ। ਅੱਜ ਦੇ ਪਾਵਨ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਵਫਾਦਾਰੀ ਦੇ ਔਗਣ ਦੀ ਸਾਂਝ ਸਾਡੇ ਨਾਲ ਪਾਉਂਦੇ ਆ। ਕਿਉਂਕਿ ਜਿਵੇਂ ਕੱਲ ਵੀ ਆਪਾਂ ਇਹ ਸਾਂਝੀ ਕੀਤੀ ਸੀ ਕਿ ਜਿਵੇਂ ਸ਼ੁਕਰ ਜਿਹੜਾ ਉਹਦੇ ਅੰਦਰ ਇੱਕ ਚੰਗਾ ਗੁਣ ਵੀ ਦਰਸਾਇਆ ਸੀ ਕਿ ਵੀ ਤੇਰੇ ਨਾਲੋਂ ਚੰਗਾ ਸ਼ੁਕਰ ਹੈ, ਰੱਖ ਹੈ ਆਛਾ ਗਾਉਂ, ਚੰਗਾ ਬਣਾ ਕੇ ਰੱਖਦਾ ਪਿੰਡ ਨੂੰ। ਤੇ ਦੂਜਾ ਇਹ ਵੀ ਸਾਂਝਾ ਕੀਤਾ ਸੀ ਸਵਾਨ ਦਾ ਵੀ ਸਤਿਗੁਰੂ ਜੀ ਬਾਣੀ ਦੇ ਵਿੱਚ ਇਹ ਵੀ ਆਇਆ ਕਿ ਵੀ ਤੇਰੇ ਨਾਲ ਚੰਗਾ ਕਿਤੇ ਸਿਆਣਾ ਕੁੱਤਾ ਹੈ। ਪਰ ਉਹਦੇ ਪਰਥਾਏ ਮੈਂ ਇੱਕ ਹੋਰ ਬੇਨਤੀ ਅੱਜ ਦੇ ਪਾਵਨ ਬਚਨ ਵਿੱਚੋਂ ਕਰਦੇ ਹਾਂ। ਹਮੇਸ਼ਾ ਉਦਾਹਰਣ ਦਾ ਇੱਕ ਪੱਖ ਲੈ ਕੇ ਚੱਲਣਾ ਹੈ, ਕਿਉਂਕਿ ਜਿਸ ਵਿਸ਼ੇ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ, ਜਿਸ ਕਨਸੈਪਟ ਨੂੰ ਵੇਖਿਆ ਜਾਂਦਾ ਹੈ, ਉਸੇ ਨੂੰ ਹੀ ਭਾਵ ਬਣਾਇਆ ਜਾਂਦਾ ਹੈ। ਹੁਣ ਉੱਥੇ ਸਤਿਗੁਰੂ ਜੀ ਨੇ ਸੂਰ ਦਾ ਕੁੱਤੇ ਦਾ ਔਗਣ ਲਿਆ, ਉੱਥੇ ਔਗਣ ਦੀ ਗੱਲ ਕਰ ਦਿੱਤੀ। ਅੱਜ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਕੱਲੀ ਕੁੱਤੇ ਦੀ ਸਵਾਨ ਦੀ ਉਦਾਹਰਣ ਦਿੰਦੇ ਆ, ਕੂਕਰ ਦੀ ਉਦਾਹਰਣ ਦਿੰਦੇ ਆ, ਤੇ ਕੂਕਰ ਦੇ ਅੰਦਰ ਦਾ ਗੁਣ ਵੇਖਦੇ ਆ। ਜਿਵੇਂ ਬਾਣੀ ਦੇ ਅੰਦਰ ਚਲੋ ਇੱਥੇ ਸਵਾਨ ਦੀ ਗੱਲ ਆਈ ਹੈ, ਕੂਕਰ ਦੀ ਗੱਲ ਆਈ ਹੈ, ਬਾਣੀ ਦੇ ਅੰਦਰ ਪਤੰਗੇ ਦੀ ਗੱਲ ਆਉਂਦੀ ਹੈ, ਭੋਰੇ ਦੀ ਗੱਲ ਆਉਂਦੀ ਹੈ, ਮੱਛੀ ਦੀ ਗੱਲ ਆਉਂਦੀ ਹੈ, ਹਿਰਨ ਦੀ ਗੱਲ ਆਉਂਦੀ ਹੈ। ਸਭ ਕਿਸੇ ਨਾ ਕਿਸੇ ਦੁੱਖ ਦੇ ਵਿੱਚ ਬੈਠੇ ਹੋਏ ਨੇ। ਇੱਕ ਦੁੱਖ ਵਿਨਾਸ਼ ਇਹਨਾਂ ਨਾਲ ਜੁੜਿਆ ਹੋਇਆ, ਭਾਵ ਜਿੱਥੇ ਔਗਣ ਹੈ ਦੁੱਖ ਰੂਪੀ, ਉੱਥੇ ਨਾਲ ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਅੰਦਰ ਗੁਣ ਵੀ ਨੇ। ਉੱਥੇ ਉਹਨਾਂ ਦੀਆਂ ਗੁਣਾਂ ਦੀਆਂ ਵੀ ਸਾਂਝਾਂ ਪਾਈਆਂ, ਉੱਥੇ ਉਹਨਾਂ ਦੇ ਗੁਣਾਂ ਦੀ ਵੀ ਗੱਲ ਸਾਡੇ ਨਾਲ ਕੀਤੀ ਹੈ। ਜਿਵੇਂ ਉਦਾਹਰਣ ਵਜੋਂ ਆਪਾਂ ਜਿੱਥੇ ਸਤਿਗੁਰੂ ਜੀ ਮੱਛੀ ਦੀ ਗੱਲ ਕਰਦੇ ਆ, ਉੱਥੇ ਸਤਿਗੁਰੂ ਜੀ ਕਹਿੰਦੇ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸੱਗਾ। ਉਹਦੇ ਅੰਦਰ ਔਗਣ ਹੈ ਕਿ ਉਹ ਪਛਾਣ ਨਹੀਂ ਸਕੀ, ਉਹ ਵੇਖ ਨਹੀਂ ਸਕੀ, ਪਰ ਉੱਥੇ ਨਾਲ ਉਹਦੇ ਗੁਣ ਦੀ ਵੀ ਗੱਲ ਕਰ ਦਿੱਤੀ ਹੈ ਸਤਿਗੁਰੂ ਜੀ ਨੇ। ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਭਾਵੈ, ਉੱਥੇ ਨਾਲ ਗੁਣ ਦੀ ਵੀ ਗੱਲ ਕਰ ਦਿੱਤੀ। ਇਸੇ ਤਰ੍ਹਾਂ ਪਤੰਗਾ ਹੈ, ਹੋਰ ਵੀ ਹਿਰਨ ਦੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਦਿੱਤੀਆਂ। ਸੋ ਤਾਂ ਬੇਨਤੀ ਕੀਤੀ ਹੈ, ਸਤਿਗੁਰੂ ਜੀ ਨੇ ਜਿੱਥੇ ਗੁਣਾਂ ਦੀ ਗੱਲ ਕੀਤੀ ਉੱਥੇ ਨਾਲ ਉਹਨਾਂ ਦੇ ਔਗਣਾਂ ਦੀ ਵੀ ਗੱਲ ਕੀਤੀ। ਪਰ ਅੱਜ ਦੇ ਪਾਵਨ ਬਚਨ ਦੇ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ, ਪਹਿਲਾਂ ਥੋੜੇ ਜਿਹੇ ਭਾਵ ਅਰਥ ਕਰ ਲਈਏ। ਸਤਿਗੁਰੂ ਜੀ ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ। ਸੁਆਮੀ ਦਾ ਅਰਥ ਹੈ ਜੀ ਉਹ ਮਾਲਕ, ਉਹ ਪਰਮਾਤਮਾ, ਖਸਮ ਨਿਰੰਕਾਰ, ਉਸ ਪਰਮਾਤਮਾ ਦੀ ਗੱਲ ਹੈ। ਸੁਆਮੀ ਕੋ ਗ੍ਰਹਿ, ਗ੍ਰਹਿ ਦਾ ਅਰਥ ਹੈ ਘਰ, ਜਿਉ ਸਦਾ ਜਿਵੇਂ ਸਦਾ ਹੀ। ਸਵਾਨ ਤਜਤ ਨਹੀਂ ਨਿਤ। ਸਵਾਨ ਦਾ ਅਰਥ ਹੁੰਦਾ ਹੈ ਭਾਵ ਕੁੱਤਾ। ਬਾਣੀ ਦੇ ਅੰਦਰ ਸਵਾਨ ਵੀ ਆਇਆ, ਕੁੱਕਰ ਵੀ ਆਇਆ, ਅੱਗੇ ਜਾ ਕੇ ਮੈਂ ਬੇਨਤੀ ਕਰਾਂਗਾ। ਜਿਵੇਂ ਕੁੱਤਾ ਆਪਣੇ ਸਵਾਮੀ, ਆਪਣੇ ਮਾਲਕ ਦੇ ਘਰ ਨੂੰ ਨਹੀਂ ਛੱਡਦਾ, ਕਹਿੰਦੇ ਇਸ ਤਰ੍ਹਾਂ ਉਹ ਵਫਾਦਾਰੀ ਆਪਣੇ ਮਾਲਕ ਦੇ ਨਾਲ ਕਰਦਾ ਹੈ। ਹਰ ਵੇਲੇ ਹਰ ਪਲ ਉਹਦੇ ਦਰ ਤੇ ਬੈਠਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਬੰਦਿਆ ਨਾਨਕ ਇਹ ਬਿਦ ਹਰ ਭਜੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਤੂੰ ਵੀ ਬੰਦਿਆ ਉਸ ਪਰਮਾਤਮਾ ਨੂੰ ਉਸੇ ਤਰ੍ਹਾਂ ਭਜਨਾ ਕਰ। ਵੇਖੋ ਉਹਦੇ ਅੰਦਰੋਂ ਗੁਣ ਲਿਆ ਜਾ ਰਿਹਾ ਤੇ ਉਸ ਗੁਣ ਨੂੰ ਵੇਖ ਕੇ ਸਤਿਗੁਰੂ ਜੀ ਕਹਿੰਦੇ ਆ ਤੂੰ ਵੀ ਉਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਭਜ, ਸਿਮਰ। ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ। ਹੁਣ ਥੋੜਾ ਜਿਹਾ ਆਪਾਂ ਇਹਨੂੰ ਬਾਣੀ ਵਿੱਚੋਂ ਵੇਖੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਕਹਿੰਦੇ ਆ ਬਾਣੀ ਦੇ ਵਿੱਚ ਨਾ ਇੱਕ ਬਚਨ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ। ਜਦੋਂ ਸਤਿਗੁਰੂ ਜੀ ਆਰੰਭਤਾ ਕਰਦੇ ਆ ਸ਼੍ਰੀ ਰਾਗ ਦੀ, ਉੱਥੇ ਬੜਾ ਕਮਾਲ ਦਾ ਇੱਕ ਬਚਨ ਸਤਿਗੁਰੂ ਜੀ ਕਰਦੇ ਆ। ਏਕ ਸਵਾਨ ਦੋਏ ਸਵਾਨੀ ਨਾਲ
ਭਾਵ ਇੱਕ ਸਵਾਨ ਇੱਕ ਕੁੱਤੇ ਦਾ ਗੱਲ ਕਰਦੇ ਆ, ਨਾਲ ਦੋ ਕੁੱਤੀਆਂ ਦੀਆਂ ਗੱਲਾਂ ਕਰਦੇ ਹੋ। ਭਾਵ ਅਰਥ ਹੈ ਨਾ ਜੀ ਵਿਦਵਾਨਾਂ ਨੇ ਦਿੱਤੇ ਆ, ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਕਹਿਣ ਲੱਗੇ ਹੇ ਵਾਹਿਗੁਰੂ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੇਰੇ ਅੰਦਰ ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਸਿਰਫ ਬਿਰਤੀ, ਜਿਹੋ ਜਿਹੀ ਬਿਰਤੀ ਹੋਵੇਗੀ ਉਹੋ ਜਿਹਾ ਸੰਸਾਰ ਘੜਾਂਗੇ। ਇਹ ਨਹੀਂ ਕਿ ਵੀ ਸਾਡੀ ਬਿਰਤੀ ਕੁਝ ਹੋਰ ਹੈ, ਸੰਸਾਰ ਤੇ ਕੁਝ ਹੋਰ ਹੈ, ਨਹੀਂ, ਜਿਹੋ ਜਿਹਾ ਆਪਣਾ ਬਣਾ ਲਾਂਗੇ ਉਹੋ ਜਿਹਾ ਸੰਸਾਰ ਬਣ ਜਾਏਗਾ। ਬਸ ਇਹੀ ਕਹਾਣੀ ਹੈ। ਜਿਹੋ ਜਿਹਾ ਬੰਦੇ ਨੇ ਆਪਣੇ ਆਪ ਨੂੰ ਬਣਾਇਆ ਸੀ, ਗੁਰੂ ਨੇ ਉਹੀ ਖਿਆਲ ਇਹਦੇ ਅੰਦਰ ਦੇ ਇਹਨੂੰ ਹੀ ਕੱਢ ਕੇ ਵਿਖਾ ਦਿੱਤੇ। ਬੇਨਤੀ ਕਰਾਂ, ਸ਼ੀਸ਼ੇ ਦੇ ਅੰਦਰ ਸ਼ਕਲ ਵੇਖੀ, ਸ਼ੀਸ਼ਾ ਵੇਖਿਆ, ਦਰਪਣ ਵੇਖਿਆ, ਜਿਹੋ ਜੀ ਸ਼ਕਲ ਤੇ ਲੱਗਾ ਸੀ ਦਾਗ ਉਹ ਹਟਾ ਲਿਆ। ਬਸ ਇਹ ਹੈ ਕਿ ਬਾਣੀ ਸਾਨੂੰ ਸ਼ੀਸ਼ਾ ਵਿਖਾ ਰਹੀ ਹੈ, ਆਪਾਂ ਉਹਨੂੰ ਵੇਖ ਕੇ ਆਪਣੇ ਆਪ ਨੂੰ ਸਵਾਰਨਾ ਹੈ। ਕਿਤੇ ਮੇਰੀ ਬਿਰਤੀ ਤਾਂ ਨਹੀਂ ਇਹਦੇ ਵਰਗੀ, ਕਿਤੇ ਮੇਰਾ ਮਨ ਇਹੋ ਜਿਹਾ ਤੇ ਨਹੀਂ। ਹੁਣ ਸਤਿਗੁਰੂ ਜੀ ਕਹਿੰਦੇ ਕਿ ਵੀ ਆ ਲੱਭ ਰੂਪੀ ਕੁੱਤਾ, ਜਿਹਨੂੰ ਬਾਣੀ ਵਿੱਚ ਕਹਿੰਦੇ ਆ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਇਹ ਰੋਜ਼ ਹੀ ਠੱਗੀਆਂ ਪਿਆ ਕਰਦਾ, ਰੋਜ਼ ਹੀ ਇਹ ਮੇਰੇ ਅੰਦਰ ਜਿਹੜਾ ਹੈ ਉਹ ਭੌਂਕਦਾ। ਹੋਰ ਇੱਥੇ ਤਾਂ ਬਾ ਕਮਾਲ ਦੀ ਗੱਲ, ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਪਾਵਨ ਬਚਨ, ਉੱਥੇ ਸਤਿਗੁਰੂ ਜੀ ਫਿਰ ਕੂਕਰ ਦੀ ਗੱਲ ਕਰਦੇ ਆ। ਉੱਥੇ ਮੈਂ ਬੇਨਤੀ ਕਰਾਂ, ਅਰਦਾਸ ਵਜੋਂ ਰੱਬ ਦੇ ਅੱਗੇ ਅਰਦਾਸ ਪਏ ਕਰਦੇ ਆ। ਅਰਦਾਸ ਕਰਦੇ ਆ, ਪਤਾ ਕੀ ਕਹਿੰਦੇ ਆ ਧੰਨ ਗੁਰੂ ਨਾਨਕ ਮਹਾਰਾਜ? ਕਹਿਣ ਲੱਗੇ, ਹੇ ਵਾਹਿਗੁਰੂ, ਏਤੇ ਕੂਕਰ, ਕੂਕਰ ਦਾ ਅਰਥ ਹੈ ਕੁੱਤਾ, ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਵਿਦਵਾਨਾਂ ਨੇ ਜਿਹੜੇ ਇਹਦੇ ਭਾਵ ਅਰਥ ਕੀਤੇ ਆ, ਬਹੁਤੇ ਟੀਕਾਕਾਰਾਂ ਨੇ ਜਿਹੜੇ ਉਹ ਅਰਥ ਕੀਤੇ ਆ, ਇਹ ਤਨ ਜਿਹੜਾ ਇਹ ਕੂਕਰ ਹੈ, ਭਾਵ ਏਤੇ ਕੂਕਰ, ਇੰਨੇ ਕੂਕਰ ਨੇ, ਭਾਵ ਇੰਨੇ ਕੁੱਤੇ ਨੇ। ਏਤੇ ਕੂਕਰ ਹੋ ਬੇਗਾਨਾ, ਮੈਂ ਇਹਨਾਂ ਵਿੱਚ ਬੇਗਾਨਾ, ਭਾਵ ਜਿਵੇਂ ਬਾਹਰੋਂ ਆਇਆ ਹੋਇਆ ਬਹੁਤ ਸਾਰਿਆਂ ਦੇ ਵਿੱਚ ਫਸ ਗਿਆ ਤੇ ਆਪਣੇ ਆਪ ਨੂੰ ਬੇਗਾਨਾ ਜਿਹਾ ਮਹਿਸੂਸ ਕਰਨ ਲੱਗ ਪਿਆ, ਕਿਉਂਕਿ ਬਾਕੀ ਵੇਖ ਕੇ ਭੌਂਕਦੇ ਆ, ਇਹ ਕਿੱਥੋਂ ਆ ਗਿਆ। ਉਸੇ ਨੂੰ ਭਾਵ ਬਣਾ ਕੇ ਗੁਰੂ ਨਾਨਕ ਮਹਾਰਾਜ ਕਹਿੰਦੇ, ਏਤੇ ਕੂਕਰ ਹੋ ਬੇਗਾਨਾ ਭੌਂਕਾ ਇਸ ਤਨ ਤਾਈ। ਤੇ ਹੁਣ ਵਿਦਵਾਨ ਜਿਹੜੇ ਉੱਥੇ ਅਰਥ ਦਿੰਦੇ ਆ, ਕਹਿਣ ਲੱਗੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਨਿਮਰਤਾ ਵੇਖੋ, ਸਤਿਗੁਰੂ ਜੀ ਦੀ ਨਿਵਾਣਤਾ ਵੇਖੋ, ਆਪਣੇ ਆਪ ਨੂੰ ਇਸ ਭਾਵ ਵਿੱਚ ਲਿਆ ਕੇ ਰੱਬ ਦੇ ਨਾਲ ਗੱਲਾਂ ਕਰਦੇ ਆ। ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਹੇ ਰੱਬਾ, ਜੇ ਮੈਂ ਕਿਤੇ ਭਗਤੀ ਤੋਂ ਹੀਣਾ ਹੋ ਗਿਆ, ਜੇ ਮੈਂ ਕਿਤੇ ਰੱਬਾ ਤੇਰੇ ਨਾਮ ਤੋਂ ਬਾਹਰ ਹੋ ਗਿਆ, ਤਾਂ ਖਸਮ ਪਰਮਾਤਮਾ ਤੇਰੇ ਤੋਂ ਦੂਰ ਹੋ ਜਾਵਾਂਗਾ। ਨਹੀਂ ਤਾਂ ਇਹ ਤੇ ਮੈਨੂੰ ਖਾ ਜਾਣਗੇ, ਇਹ ਤਾਂ ਮੈਨੂੰ ਵੱਢ ਵੱਢ ਕੇ ਖਾ ਜਾਣਗੇ। ਇਸ ਕਰਕੇ ਤੂੰ ਮੇਰੇ ਸਿਰ ਦਾ ਸਾਈਂ ਹੈ, ਮੈਨੂੰ ਤੇਰਾ ਆਸਰਾ ਹੈ, ਕਿਰਪਾ ਕਰ ਮੈਨੂੰ ਇਹਨਾਂ ਤੋਂ ਬਚਾ। ਮੈਂ ਤੇਰੇ ਦਰ ਦਾ ਵਫਾਦਾਰ ਹਾਂ, ਮੈਂ ਤੇਰੇ ਦਰ ਦਾ ਕੂਕਰ ਹਾਂ। ਇੱਕ ਹੋਰ ਬੜਾ ਕਮਾਲ ਦਾ ਬਚਨ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਹੀ ਹੈ। ਉੱਥੇ ਵੀ ਸਤਿਗੁਰੂ ਜੀ ਬੜੀ ਕਮਾਲ ਦੀ ਗੱਲ ਕਰਦੇ ਆ। ਸਗੋਂ ਚਲੋ ਉੱਥੇ ਤਾਂ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਕਹਿ ਹੀ ਸੱਗ ਦਿੱਤਾ, ਆਪਣੇ ਆਪ ਨੂੰ ਹੀ ਸੱਗ ਕਹਿ ਦਿੱਤਾ। ਜਿਵੇਂ ਨਾ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਆ, ਨਾਨਕ ਨੀਚ ਕਹਿ ਵਿਚਾਰ। ਉੱਥੇ ਆਪਣੇ ਆਪ ਨੂੰ ਨੀਚ ਵੀ ਕਹਿੰਦੇ ਆ। ਚਲੋ ਮੂੰਹ ਸੜ ਜਾਏ ਮੇਰਾ ਜੇ ਮੈਂ ਸਤਿਗੁਰੂ ਜੀ ਨੂੰ ਆਖਾਂ, ਪਰ ਸਤਿਗੁਰੂ ਜੀ ਆਪਣੇ ਆਪ ਨੂੰ ਕਹਿ ਰਿਹਾ ਨਿਵਾਣਤਾ। ਪਰ ਇਹ ਬਚਨ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਇੱਥੇ ਗੁਰੂ ਨਾਨਕ ਮਹਾਰਾਜ ਆਪਣੇ ਆਪ ਨੂੰ ਸੱਗ ਕਹਿ ਰਿਹਾ। ਅੱਗੇ ਜਾ ਕੇ ਮੈਂ ਇਤਿਹਾਸ ਵਿੱਚੋਂ ਵੀ ਸਾਂਝੀ ਕਰਾਂਗਾ ਆਪ ਜੀ ਦੇ ਨਾਲ ਗੱਲ। ਸਤਿਗੁਰੂ ਜੀ ਕਹਿੰਦੇ ਆ, ਸੱਗ ਨਾਨਕ, ਬੜੇ ਇਹ ਕਮਾਲ ਦੇ ਬਚਨ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ। ਸੱਗ ਨਾਨਕ ਦੀਵਾਨ ਮਸਤਾਨਾ, ਨਿਤ ਦੇ ਚੜ੍ਹੈ ਸਵਾਇਆ, ਨਿਤ ਚੜ੍ਹੈ ਸਵਾਇਆ। ਉੱਥੇ ਕਹਿਣ ਲੱਗੇ, ਹੇ ਵਾਹਿਗੁਰੂ, ਹੇ ਸਤਿਗੁਰੂ, ਤੇਰੇ ਦਰ ਦਾ ਨਾਨਕ ਸੱਗ ਹੈ। ਸੱਗ ਨਾਨਕ ਦੀਵਾਨ ਮਸਤਾਨਾ, ਮੈਂ ਇੱਕ ਮਸਤਾਨਾ। ਜਿਵੇਂ ਨਾ ਸੰਸਾਰ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ ਭੂਤਨਾ ਵੀ ਆਖਿਆ, ਬੇਤਾਲਾ ਵੀ ਆਖਿਆ, ਦੀਵਾਨਾ ਵੀ ਆਖਿਆ। ਜਦੋਂ ਤੁਸੀਂ ਪੜ੍ਹਦੇ ਹੋ ਬਾਣੀ ਦੇ ਅੰਦਰ,
मारू राग दे अंदर धन गुरु नानक महाराज जी कहते संसार ने तो बड़ा कुछ आख्या, कोई आखे भूतना, को कह बेताला, कोई आखे आदमी नानक विचारा, इहो जे शब्द भी वरते संसार ने। पर इत्थे धन गुरु नानक महाराज अपने आप नूं की कहंदे आ, सग नानक दी बान मस्ताना नित चढ़ै सवाया। कहन लगे आतस दुनिया ये संसार जिहड़ा ना अग है। ये तो सतगुरु जी बड़े कमाल दे शब्द वरतदे आ। आतस दुनिया, आतस दुनिया नाम खुदाए। हे वाहिगुरु तेरा नाम ही इहदे विचों ठंडकता देण वाला है। जे बचा सकदा ते तेरे चरनां च अरदास है, मैं तेरे दर दा कुकर हां, तेरे दर दा जिहड़ा सग आ, मैनू इस अग तो बचा। उत्थे सतगुरु अपने आप नूं कहंदे आ। होर थोड़ा जिहा अगां तुरीए, गल वफादारी दी है। इत्थे गल रब दी ते उन्हां दी है जिहड़े रब दे नाल इकमिक हो के बैठे आ। रब दे नाल सिर्फ वफा कीती, रब दे नाल उन्हां निभाईयां, संसार नाल नहीं। संसार दीयां वफादारियां नहीं कीतियां। सो ये फिर मैं बेनती करां, भगत कबीर जी का एक बचन आप पढ़ते हैं। भगत कबीर जी उत्थे तां कहंदे, इत्थे तां चलो अपने आप नूं सक कह दिता, उत्थे तां भगत कबीर जी अपना नाम भी रख लेंदे आ। भगत कबीर जी अपना नाम भी रखते। मैं बेनती फिर करदे आ सिर्फ इन्नी कू, स्वामी को ग्रह ज्यों सदा स्वान तजत नहीं नित। ते जिन्ने भी बोल साझे कर रहा एक ही गल कह रहा कि भी जे रहना है ते इस तरह रह जिवें कुत्ता रहिंदा, अपने मालक दा दर नहीं छड्डदा, हर वेले बैठा रहिंदा। रात होवे दिन होवे, रुखी खावे सुखी खावे, पीण दे लई मिले या ना मिले, पर वो अपने दर नूं नहीं कदी भी और रब दे मालक दे दर नूं नहीं छड्डदा। यही गल बाणी विच कह रहा। भगत कबीर जी ने तो बा कमाल की गल कर दी। चलो भगत कबीर जी ने अपने आनंद विच बचन उच्चारण किया, कबीर कुकर राम को। भगत कबीर जी कहते हैं मैं भी रब दे राम दे निरंकार दे दर दा कुकर हाँ। अगली गल बड़ी कमाल दी, कबीर कुकर राम को मुतिया मेरो नाओ। उत्थे नाम भी रख लिया अपना, जिवें घरां विच लोकां कुत्ते रखे हुंदे आ ते आपो अपने कुत्तियां ने है ना जी नाम दिते हुंदे आ, किसी ने कुछ। ते मैं अक्सर ये भी बेनती करदा हुंदा, चलो हासे विच आपां गल टाल दिंदे आ, पर माफ करना हकीकत है, सच है। ते मैं गुरेज नहीं करदा। घरां दे विच रखे हुए कुत्तियां दे नाम ਉਹੀ ਘਰਾਂ ਦੇ ਵਿੱਚ ਬੰਦਿਆਂ ਦੇ ਹੁੰਦੇ ਆ, ਉਹੀ ਘਰਾਂ ਦੇ ਵਿੱਚ ਜਾਨਵਰਾਂ ਦੇ ਹੁੰਦੇ ਆ। ਇਹ ਕਹਾਣੀ ਹੋ ਗਈ ਨਾ ਅੱਜ ਸੰਸਾਰ ਦੀ। ਭਾਵ ਜੇ ਕਿਤੇ ਆਵਾਜ਼ ਮਾਰੀਏ ਉਹ ਮਾਰਦਾ ਹੋਵੇ ਆਪਣੇ ਕੁੱਤੇ ਨੂੰ ਤੇ ਭੱਜਾ ਬੰਦਾ ਲਗਾਉਂਦਾ, ਕਿਉਂਕਿ ਅਸਲ ਵਿੱਚ ਨਾਮ ਕੀ ਪਤਾ ਉਹਦਾ ਵੀ ਹੋਵੇ। ਸੋ ਇਸ ਕਰਕੇ ਸੰਸਾਰ ਦੇ ਹਾਲਾਤ ਉਤ ਗਏ। ਸੋ ਬੇਨਤੀ ਕਰਾਂ, ਭਗਤ ਕਬੀਰ ਜੀ ਕਹਿੰਦੇ ਕਬੀਰ ਕੁੱਕਰ ਰਾਮ ਕੋ, ਮੈਂ ਰਮੇ ਕੋਈ परमात्मा दे दर दा कुकर हाँ, मुतिया मेरो नाओ। मुतिया भाव मोती मेरा नाम है। हुण रब ने मेरे गल दे विच जेवड़ी पा लई। जेवड़ी समझदे हो सौखा जा कह लो कि भी संगलियां रस्सा पा लिया। गले हमारे जेवड़ी जै खिंचै तैं जाओ। हुण मेरे गल दे विच जेवड़ी पई हुई है, हुण मेरे गल दे विच संगल पिया होया है। जिथे वो खिंचदा मैं उत्थे जाना, जिथे वो मैनू लैके जांदा है मैं उतों तक ही जाना। उस तो वध मेरी पाया नहीं है कि मैं जा सका, क्योंकि मैं उहदे दर दा कुत्ता, मैं उहदे दर दा जिहड़ा कुकर हाँ। एक छोटी जी उदाहरण इतिहास विचों, बड़ा नाम है इतिहास दे अंदर, ते मैं कहना उहदे वर्गी निमरता, उहदे वर्गा ज्ञान अज तक किसी विद्वान दे कोल नहीं, जिहड़ा आके आप गुरु गोबिंद सिंह महाराज नूं कहंदा सतगुरु मैनू अपने दर दी सेवा दे दे। किहड़ा विद्वान है मेरे समेत, किहड़ा इहो जिहा ज्ञानी विद्वान है जिहड़ा जाके गुरु कोल कहंदा होवे मैनू आ सेवा दे दे। भाई नंद लाल जी आके कहंदे आ धन गुरु गोबिंद सिंह महाराज नूं, जदों दिल्ली दी धरती तो आउंदे आ ना, उदों आके कहंदे आ सतगुरु जीओ मैं कोई फारसियां पढ़ाउण नहीं आया, मैं कोई अरबी पढ़ाउण नहीं आया इत्थे, मैं सिर्फ तेरे दर दी सेवा कमाउण आया। अगे जाके हुण लंगरां दी सेवा मिल गई जी भाई नंद लाल जी नूं।
ਲੰਗਰ ਦੀ ਸੇਵਾ ਕਰਦੇ ਆ। ਚਲੋ ਮੈਂ ਸਾਰਾ ਇਤਿਹਾਸ ਨਹੀਂ ਤੁਹਾਡੇ ਨਾਲ ਸਾਂਝਾ ਕਰਾਂਗਾ, ਸਿਰਫ ਆ ਜਿਹੜੀ ਗੱਲ ਸਾਂਝੀ ਕਰ ਰਿਹਾ ਉੱਥੋਂ ਤੱਕ ਸੀਮਤ ਰਵਾਂਗਾ। ਕਹਿੰਦੇ ਨੇ ਇੱਕ ਦਿਨ ਨਾ ਭਾਈ ਨੰਦ, ਜਿਸ ਤਰ੍ਹਾਂ ਵਿਦਵਾਨ ਸੱਜਣਾ ਨੇ ਲਿਖਿਆ, ਕਹਿੰਦੇ ਇੱਕ ਦਿਨ ਭਾਈ ਨੰਦ ਲਾਲ ਜੀ ਨਾ ਪ੍ਰਸ਼ਾਦਾ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਈ ਆਏ, ਕਿਉਂਕਿ ਡਿਊਟੀ ਲੱਗੀ, ਸੇਵਾ ਲੱਗੀ, ਹੁਣ ਲੈ ਕੇ ਆਏ ਆ। ਸਿਰਫ ਸਮਝਣ ਦੇ ਲਈ, ਭਾਵ ਨੂੰ ਸਮਝਿਓ, ਜਿਹੜੇ ਗੁਰੂ ਦੇ ਦਰ ਦੇ ਕੂਕਰ ਨੇ ਉਹ ਕਿਸੇ ਦੇ ਪੈਰਾਂ ਵਿੱਚ ਨਹੀਂ ਜੇ ਡਿੱਗਦੇ, ਉਹ ਸਿਰਫ ਗੁਰੂ ਦੇ ਪੈਰਾਂ ਵਿੱਚ ਹੀ ਡਿੱਗੇ ਰਹਿੰਦੇ ਆ। ਉਹ ਗੁਲਾਮ ਸਿਰਫ ਗੁਰੂ ਦੇ ਆ, ਦੂਜਿਆਂ ਦੇ ਗੁਲਾਮ ਨਹੀਂ। ਆਪਾਂ ਤੇ ਗੁਲਾਮੀਆਂ ਜਣੇ ਖਣੇ ਦੀਆਂ ਕਰਨ ਲੱਗ ਗਏ ਨਾ, ਸਿੱਖੀ ਦੇ ਆਵੇ ਉਤ ਗਏ ਸਾਡੇ। ਆਪਾਂ ਦੇ ਇੱਧਰ ਵੇਖਿਆ ਮਾੜਾ ਜਿਹਾ ਬੋਤਲ ਸ਼ਰਾਬ ਦੀ ਤੇ ਉੱਧਰ ਡੁੱਲ ਗਏ, ਸਿੱਖੀ ਦਾ ਵੀ ਬੇੜਾ ਗਰਕ ਕਰ ਦਿੱਤਾ। ਸਰੋ ਵਿਚਾਰ, ਜਦੋਂ ਉਹ ਪ੍ਰਸ਼ਾਦਾ ਲੈ ਕੇ ਆਏ ਨਾ ਭਾਈ ਨੰਦ ਲਾਲ ਜੀ, ਤੇ ਪ੍ਰਸ਼ਾਦਾ ਸਤਿਗੁਰੂ ਜੀ ਦੇ ਅੱਗੇ ਰੱਖਿਆ, ਤੇ ਇੱਕ ਬੜਾ ਕਮਾਲ ਦਾ ਕੌਤਕ ਵਾਪਰਿਆ। ਦਰਵਾਜ਼ੇ ਦੀ ਜਿਹੜੀ ਬਰੂ ਸੀ ਨਾ, ਉੱਥੇ ਕੁੱਤਾ ਬਹਿ ਗਿਆ ਆ ਕੇ, ਭਾਵ ਚੌਖੜ ਦੇ ਕੋਲ ਆ ਕੇ ਨਾ ਕੁੱਤਾ ਬਹਿ ਗਿਆ। ਤੇ ਹੁਣ ਕੁੱਤੇ ਦਾ ਕੰਮ ਹੈ, ਜਦੋਂ ਕਿਸੇ ਨੂੰ ਖਾਂਦਿਆਂ ਵੇਖਦਾ ਉਹ ਪੂੰਛ ਹਿਲਾਉਂਦਾ। ਕਾਰਨ ਹੈ ਉਹਦਾ, ਕਾਰਨ ਇਹ ਹੈ ਕਿ ਵੀ ਜਦੋਂ ਉਹ ਖਾ ਰਿਹਾ, ਖਾਣ ਵਾਲਾ, ਕਦੋਂ ਉਹ ਟੁੱਕੜ ਤੋੜ ਕੇ ਮੇਰੇ ਕੋਲ ਸੱਟੇ ਤੇ ਮੈਂ ਲੈ ਕੇ ਜਾਵਾਂ। ਉਹ ਹਿਲਾਉਣ ਦਾ ਕਾਰਨ ਹੈ ਕਿ ਵੀ ਉਹ ਮੰਗ ਰਿਹਾ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਲੰਗਰ ਛਕਿਆ, ਜਦੋਂ ਅਖੀਰ ਟੁਕੜਾ ਰਹਿ ਗਿਆ ਨਾ, ਸਤਿਗੁਰੂ ਜੀ ਨੇ ਕੁੱਤੇ ਨੂੰ ਪਾ ਦਿੱਤਾ। ਕੁੱਤਾ ਪੂੰਛ ਹਿਲਾਉਂਦਾ ਹਿਲਾਉਂਦਾ ਬਾਹਰ ਨੂੰ ਨਿਕਲ ਗਿਆ। ਇੱਧਰ ਭਾਈ ਨੰਦ ਲਾਲ ਜੀ ਨੇ ਇਹ ਕੌਤਕ ਬੜੇ ਧਿਆਨ ਦੇ ਨਾਲ ਵੇਖਿਆ। ਵਿਦਵਾਨ ਵੀ ਸੀ, ਆਜਲ ਸੀ, ਫਾਜ਼ਲ ਸੀ, ਉਹਨੇ ਆਪਣੀ ਗਹਿਰਾਈਆਂ ਵਿੱਚ ਉਹਨੂੰ, ਆਪਣੇ ਹਿਰਦੇ ਤੱਕ ਉਹਨੂੰ ਧਾਰਨ ਕਰ ਲਿਆ। ਥਾਲੀ ਚੁੱਕੀ ਹੈ, ਉਸੇ ਤਰ੍ਹਾਂ ਭਾਂਡੇ ਲੈ ਕੇ ਬਾਹਰ ਆ ਗਏ, ਨਮਸਕਾਰ ਕਰਕੇ। ਇਤਿਹਾਸ ਕਹਿੰਦਾ ਹੈ ਅਗਲੇ ਦਿਨ ਪ੍ਰਸ਼ਾਦਾ ਨਹੀਂ ਲਿਆਂਦਾ, ਨਾ ਦੂਜੇ ਦਿਨ ਲਿਆਂਦਾ, ਨਾ ਤੀਜੇ ਦਿਨ ਲਿਆਂਦਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਸਿੱਖ ਲੈ ਕੇ ਆ ਰਿਹਾ ਸੀ, ਉਹਨੂੰ ਪੁੱਛਦੇ ਨੇ ਭਾਈ ਨੰਦ ਲਾਲ ਜੀ ਕਿਉਂ ਨਹੀਂ ਆ ਰਹੇ, ਉਹ ਕਿਉਂ ਨਹੀਂ ਅੱਜ ਕੱਲ੍ਹ ਆ ਰਹੇ। ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਪਤਾ ਨਹੀਂ ਕਿਉਂ ਨਹੀਂ ਆ ਰਹੇ, ਤੁਸੀਂ ਆਪ ਹੀ ਪੁੱਛ ਲਵੋ। ਹੁਣ ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ, ਅੱਖਾਂ ਨੀਵੀਆਂ, ਨਿਵਾਣਤਾ ਇੰਨੀ, ਪ੍ਰੇਮ ਇੰਨਾ ਡੁੱਲ ਡੁੱਲ ਪੈਂਦਾ ਸਤਿਗੁਰੂ ਜੀ ਦੇ ਲਈ, ਇੰਨਾ ਪਿਆਰ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਸਤਿਗੁਰੂ ਜੀ ਪਿਆਰ ਨਾਲ ਪੁੱਛਦੇ ਆ, ਜਿਸ ਥਾਂ ਤੇ ਬੈਠੇ ਉੱਥੋਂ ਉੱਠ ਖਲੋਤੇ ਨੇ ਸਤਿਗੁਰੂ ਜੀ ਕੋਲ ਆ ਕੇ ਪੁੱਛਦੇ ਆ, ਭਾਈ ਨੰਦ ਲਾਲ ਜੀ ਕੀ ਹੋਇਆ, 2-3 ਦਿਨ ਹੋ ਗਏ ਪ੍ਰਸ਼ਾਦਾ ਲੈ ਕੇ ਨਹੀਂ ਆ ਰਹੇ, ਕੋਈ ਭੁੱਲ, ਕੋਈ ਗਲਤੀ, ਕੀ ਹੋਇਆ, ਕੋਈ ਗੱਲ ਤਾਂ ਹੋਈ ਹੋਵੇਗੀ, ਨਹੀਂ ਬੋਲਦੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਿਹਰਾ ਉੱਤੇ ਕਰਕੇ ਫਿਰ ਕਹਿੰਦੇ ਆ, ਦੱਸੋ ਤਾਂ ਸਹੀ ਗੱਲ ਕੀ ਹੋਈ ਹੈ। ਹੁਣ ਇੱਥੇ ਜਿਹੜੀ ਗੱਲ ਵਾਪਰੀ ਨਾ, ਉਹ ਬੜੀ ਕਮਾਲ ਦੀ ਵਾਪਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਜੀ ਕਹਿਣ ਲੱਗੇ, ਦਾਤਾ ਜਿਸ ਦਿਨ ਮੈਂ ਪਰਸੋਂ ਚੌਥੇ ਤੇਰੇ ਦਰ ਤੇ ਪ੍ਰਸ਼ਾਦਾ ਲੈ ਕੇ ਆਇਆ ਨਾ, ਇੱਕ ਬੜਾ ਕਮਾਲ ਦਾ ਕੌਤਕ ਤੇਰੇ ਦਰ ਤੇ ਵਾਪਰਿਆ। ਬਸ ਉਹ ਹਿਰਦੇ ਦੇ ਅੰਦਰ ਬੈਠ ਗਿਆ, ਉਹ ਹਿਰਦੇ ਦੇ ਅੰਦਰ ਐਸਾ ਬੈਠਾ, ਹਿਰਦੇ ਨੇ ਬਾਰ-ਬਾਰ ਇੱਕੋ ਗੱਲ ਆਖੀ, ਪੁਕਾਰ ਪੁਕਾਰ ਕੇ, ਤੇਰੇ ਨਾਲੋਂ ਚੰਗਾ ਤੇ ਉਹ ਕੁੱਤਾ ਹੈ। ਕਿਹੜੀ ਗੱਲ ਆਖੀ ਭਲਾ? ਕਹਿਣ ਲੱਗੇ ਸਤਿਗੁਰ ਜਦੋਂ ਪ੍ਰਸ਼ਾਦਾ ਲੈ ਕੇ ਆਇਆ ਨਾ, ਤੁਸੀਂ ਪ੍ਰਸ਼ਾਦਾ ਛਕਿਆ, ਇੱਕ ਟੁਕੜੀ ਤੋੜ ਕੇ ਤੁਸੀਂ ਕੁੱਤੇ ਨੂੰ ਪਾਈ, ਕੁੱਤਾ ਪੂੰਛ ਹਿਲਾਉਂਦਾ ਬਾਹਰ ਨੂੰ ਚਲਾ ਗਿਆ। ਤੇ ਮੇਰੇ ਮਨ ਜੇਨ ਵਿੱਚ ਉਹ ਗੱਲ ਬਹਿ ਗਈ, ਭਾਈ ਨੰਦ ਲਾਲ ਤੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਰਹਿਣਾ, ਉਹ ਇੱਕ ਕੁੱਤਾ ਬਾਹਰੋਂ ਆਇਆ, ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥ ਦਾ ਟੁਕੜਾ ਖਾ ਕੇ ਜੀਵਨ ਸਫਲਾ ਕਰ ਗਿਆ। ਤੈਨੂੰ ਤਾਂ ਲੰਮਾ ਸਮਾਂ ਹੋ ਗਿਆ ਗੁਰੂ ਕੋਲ ਰਹਿੰਦਿਆਂ, ਤੂੰ ਤੇ ਗੁਰੂ ਦਾ ਟੁਕੜਾ ਖਾ ਹੀ ਨਹੀਂ ਸਕਿਆ, ਤੇਰੇ ਨਾਲੋਂ ਚੰਗਾ ਕੁੱਤਾ। ਉਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਕਹਿੰਦੇ ਹੱਸ ਕੇ ਗਲ ਵਕੜੀ ਵਿੱਚ ਲੈ ਲਿਆ। ਤੇ ਇੱਕ ਗੱਲ ਆਖੀ ਭਾਈ ਨੰਦ ਲਾਲ ਜੀ, ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀਆਂ ਰਹਿਮਤਾਂ ਸਿੱਖ ਦੇ ਲਈ ਭਰੀਆਂ ਪਈਆਂ ਨੇ, ਤੁਸੀਂ ਮੰਗੋ ਕੀ ਮੰਗਦੇ ਹੋ। ਤੇ ਭਾਈ ਨੰਦ ਲਾਲ ਜੀ ਨੇ ਇੱਕੋ ਗੱਲ ਆਖੀ, ਦਾਤਿਆ ਜਿਵੇਂ ਤੇਰੇ ਹੱਥ ਦਾ ਟੁੱਕੜ ਖਾ ਕੇ ਮੈਨੂੰ ਲੱਗਦਾ ਕਿ ਵੀ ਉਹ ਕੁੱਤਾ ਆਪਣਾ ਜਨਮ ਸਫਲਾ ਕਰ ਗਿਆ ਹੋਵੇਗਾ, ਇੱਕ ਕਿਰਪਾ ਕਰ, ਮੈਂ ਵੀ ਤੇਰੇ ਦਰ ਤੇ ਬੈਠਾ, ਮੈਂ ਵੀ ਤੇਰੇ ਦਰ ਤੇ ਆ ਕੇ ਪੂੰਛ ਹਿਲਾਨਾ, ਕਿਰਪਾ ਕਰ ਮੈਨੂੰ ਵੀ ਟੁਕੜਾ ਪਾ ਦੇ ਤਾਂ ਕਿ ਮੈਂ ਵੀ ਆਪਣਾ ਜਨਮ ਤੇ ਮਰਨ ਸਵਾਰ ਜਾ।
ਇਹਨੂੰ ਕਹਿੰਦੇ ਆ ਇੱਕ ਦਰ ਦਾ ਹੋਣਾ। ਹਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਮੈਂ ਵੀ ਤੇਰੇ ਦਰ ਤੇ ਭੌਂਕਦਾ, ਮੈਂ ਵੀ ਤੇਰੇ ਦਰ ਤੇ ਆਉਣਾ, ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਦਰਬਾਰ ਤੇ ਬੈਠਾ, ਮੈਨੂੰ ਵੀ ਟੁਕੜਾ ਪਾ ਦੇ। ਤੇ ਬੇਨਤੀ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬੜੀਆਂ ਕਮਾਲ ਦੀਆਂ ਚੀਜ਼ਾਂ ਮੰਗੀਆਂ ਸਨ ਭਾਈ ਨੰਦ ਲਾਲ ਜੀ ਨੇ, ਬੜੀਆਂ ਕਮਾਲ ਦੀਆਂ। ਉਹਨਾਂ ਚੋਂ ਇੱਕੋ ਗੱਲ ਮੈਂ ਸਾਂਝੀ ਕਰਾਂਗਾ, ਜਿਹੜੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਸ਼ਾਇਦ ਸਾਂਝੀ ਕੀਤੀ ਹੈ। ਇੱਕੋ ਗੱਲ ਆਖੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਨੰਦ ਲਾਲ ਜੀ ਨੇ। ਭਾਈ ਨੰਦ ਲਾਲ ਜੀ ਕਹਿੰਦੇ, ਦਾਤਿਆ ਇੱਕ ਕਿਰਪਾ ਕਰ ਮੇਰੇ ਤੇ, ਜਿਸ ਦਿਨ ਮੈਂ ਖਾਕ ਹੋ ਜਾਣਾ ਤੇਰੇ ਦਰ ਦਾ ਤੇ ਮੈਂ ਕੁੱਕਰ ਹਾਂ, ਜਿਸ ਦਿਨ ਇਸ ਦਰ ਤੇ ਇਹ ਪ੍ਰਾਣ ਨਿਕਲ ਜਾਣ, ਇਹ ਸਰੀਰ ਸਵਾਹ ਹੋ ਜੇ, ਉੱਡ ਕੇ ਦੂਜਿਆਂ ਦੇ ਦਰਾਂ ਤੇ ਨਾ ਜਾਵੇ, ਤੇਰੇ ਦਰ ਵੱਲ ਆਵੇ, ਤਾਂ ਕਿ ਤੇਰੇ ਸਿੱਖਾਂ ਦੇ ਚਰਨਾਂ ਦੀ ਧੂੜ ਬਣ ਜਾਏ। ਆਹ ਦਾਤ ਮੇਰੀ ਝੋਲੀ ਵਿੱਚ ਪਾ ਦੇ। ਤੇ ਮਾਫ ਕਰਨਾ, ਅੱਜ ਅਸੀਂ ਥਾਂ ਥਾਂ ਤੇ ਭਟਕਦੇ ਫਿਰਦੇ ਹਾਂ। ਬਣਨਾ ਤੇ ਇਸ ਦਰ ਦਾ ਸੀ। ਆਪਾਂ ਇਹ ਰੋਜ਼ ਕਹਿੰਦੇ ਆ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਪਰ ਮਾਫ ਕਰਨਾ ਅਸੀਂ ਉਸ ਦਰ ਤੇ ਪਹੁੰਚਦੇ ਨਹੀਂ ਆ। ਤਨ ਕਰਕੇ ਪਹੁੰਚਦੇ ਆ, ਪਰ ਮਨ ਕਰਕੇ ਅਸੀਂ ਫਿਰ ਕੋਈ ਹੋਰ ਦੁਆਰ ਫੜ ਹੀ ਲੈਂਦੇ ਆ। ਅਸੀਂ ਪਹੁੰਚਦੇ ਨਹੀਂ ਆ। ਤਨ ਕਰਕੇ ਪਹੁੰਚ ਗਏ, ਮਨ ਕਰਕੇ ਫਿਰ ਵੀ ਦੂਜਿਆਂ ਦੇ ਦਰਾਂ ਤੇ ਭਟਕਦੇ ਫਿਰਦੇ ਆ। ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਕਹਿੰਦੇ, ਉਹ ਬੰਦਿਆ ਜੇ ਵਫਾਦਾਰੀ ਦਾ ਗੁਣ ਲੈਣਾ ਤੇ ਇੱਕ ਕੁੱਤੇ ਕੋਲੋਂ ਲੈ ਲੈ, ਤੇਰੇ ਨਾਲੋਂ ਚੰਗਾ ਕੁੱਤਾ ਹੈ ਜਿਹੜਾ ਇੰਨਾ ਵਫਾਦਾਰ ਹੈ। ਸੋ ਬੇਨਤੀ ਕਰਾਂ, ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਫਿਰ ਭਾਵਰਤ ਸੁਣਿਓ ਇਹਦੇ, ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਤੂੰ ਗੁਰੂ ਦੇ ਵੱਲ ਐਸਾ ਆਪਣਾ ਮੁਖ ਕਰ ਲੈ, ਗੁਰੂ ਦਾ ਇਸ ਤਰ੍ਹਾਂ ਬਣ ਕੇ ਰਹਿ ਕਿ ਕਦੀ ਗੁਰੂ ਤੋਂ ਤੈਨੂੰ ਬੇਮੁਖਤਾਈ ਨਾ ਕਰਨੀ ਪਵੇ। ਕਿਉਂਕਿ ਤੈਨੂੰ ਪਤਾ ਹੈ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਆ, ਸਤਿਗੁਰੂ ਜੀ ਕਹਿੰਦੇ ਆ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਜੋਗ ਲੱਗ ਜਾਂਦੇ ਆ। ਤੇ ਮੈਨੂੰ ਨਾ ਇੱਕ ਹੋਰ ਗੱਲ ਚੇਤੇ ਆਈ, ਇਤਿਹਾਸ ਦੇ ਅੰਦਰ ਨਾ ਇੱਕ ਭਾਈ ਸੁਤਰਾ ਜੀ ਦਾ ਆਪਾਂ ਪੜ੍ਹਦੇ ਆ, ਸ਼ਾਇਦ ਜੇਕਰ ਮੈਂ ਭੁੱਲਦਾ ਨਾ ਹੋਵਾਂ। ਉਹਨਾਂ ਗੁਰੂ ਦਰਬਾਰ ਵਿੱਚ ਆ ਕੇ ਤੇ ਪਿੱਠ ਕਰਕੇ ਬਹਿ ਗਿਆ। ਬੜੀ ਕਮਾਲ ਦੀ ਉਦਾਹਰਨ ਹੈ ਇਹ ਇਤਿਹਾਸ ਦੇ ਵਿੱਚ। ਉਹ ਜਦੋਂ ਬੈਠਾ ਨਾ ਪਿੱਠ ਕਰਕੇ, ਤੇ ਪੁੱਛਿਆ ਉਹਨੂੰ ਸਤਿਗੁਰੂ ਜੀ ਨੇ, ਤੂੰ ਪਿੱਠ ਕਰਕੇ ਕਿਉਂ ਬੈਠਾ ਹੈ? ਕਹਿਣ ਲੱਗੇ, ਦਾਤਿਆ ਤੇਰੀ ਬਾਣੀ ਦੀਆਂ ਚਪੇੜਾਂ ਹੀ ਇੰਨੀਆਂ ਨੇ, ਤੇਰੀ ਬਾਣੀ ਦੀਆਂ ਚਪੇੜਾਂ ਹੀ ਇੰਨੀਆਂ ਨੇ, ਮੇਰਾ ਮੂੰਹ ਲਾਲ ਹੋ ਜਾਂਦਾ ਜੇਕਰ ਮੈਂ ਤੇਰੇ ਵੱਲ ਬਵਾਂ। ਮੈਂ ਕਹਿੰਦਾ ਕਿ ਵੀ ਜਿੰਨੀਆਂ ਪੈਂਦੀਆਂ ਨੇ ਪੈਣ ਦੇ, ਤੇਰੇ ਦਰ ਦੀਆਂ ਇਹ ਜਿਹੜੀਆਂ ਚਪੇੜਾਂ ਨੇ ਨਾ, ਬੜੀਆਂ ਔਖੀਆਂ ਨੇ ਖਾਣੀਆਂ। ਸੋ ਬੇਨਤੀ ਕਰਾਂ, ਇਹਦੇ ਦਰ ਦਾ ਹੋਣਾ ਬੜਾ ਔਖਾ ਹੈ, ਪਰ ਜਿਹੜੇ ਖੋ ਜਾਂਦੇ ਆ ਉਹ ਸਾਰੀ ਜ਼ਿੰਦਗੀ ਫਿਰ ਇਹਦੇ ਦਰ ਦੇ ਗੁਲਾਮ ਬਣੇ ਰਹਿੰਦੇ ਆ। ਸੋ ਸਤਿਗੁਰੂ ਜੀ ਕਹਿੰਦੇ ਆ, ਸਵਾਨ ਤਜਤ ਨਹੀਂ ਨਿਤ। ਜਿਵੇਂ ਨਿੱਤਾ ਪ੍ਰਤੀ ਰੋਜ਼ ਸਵਾਨ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ, ਇਸ ਤਰ੍ਹਾਂ ਤੂੰ ਗੁਰੂ ਦੇ ਦਰ ਤੇ ਰਹਿ। ਅਗਲੀ ਦਿੰਦੇ ਆ ਸਤਿਗੁਰੂ ਜੀ ਉਦਾਹਰਨ, ਨਾਨਕ ਇਹ ਬਿਧ ਹਰਿ ਭਜੋ, ਇੱਕ ਮਨ ਹੋਏ ਇੱਕ ਚਿੱਤ। ਹਰੀ ਪਰਮਾਤਮਾ ਨੂੰ ਭਜਣਾ, ਨਿਰੰਕਾਰ ਦਾ ਸਿਮਰਨ ਕਰਨਾ, ਉਹਨੂੰ ਜਪਣਾ। ਪਹਿਲੀ ਗੱਲ, ਗੁਰੂ ਅਰਜਨ ਦੇਵ ਮਹਾਰਾਜ ਇੱਕ ਬੜਾ ਪਿਆਰਾ ਬਚਨ ਕਰਦੇ ਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬੰਦਗੀ ਕਰਨੀ ਹੈ, ਰੱਬ ਦੀ ਵਡਿਆਈ ਕਰਨੀ ਹੈ, ਤੇ ਆਪਣੇ ਆਪ ਨੂੰ ਇੰਨਾ ਸਾਵਧਾਨ ਬਣਾ ਲੈ, ਆਪਣੇ ਆਪ ਨੂੰ ਇੰਨਾ ਇਕਾਗਰ ਬਣਾ ਲੈ, ਤਾਂ ਕਿ ਭਗਤੀ ਦਾ ਇੱਕ ਇੱਕ ਅੱਖਰ ਬਾਣੀ ਦਾ ਤੇਰੇ ਹਿਰਦੇ ਦੇ ਅੰਦਰ ਸਮਾਉਂਦਾ ਜਾਵੇ। ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਬਚਨ ਆਪਾਂ ਕਈ ਵਾਰ ਹੁਕਮਨਾਮੇ ਦੇ ਰੂਪ ਵਿੱਚ ਪੜ੍ਹਦੇ ਹਾਂ। ਉੱਥੇ ਗੁਰੂ ਅਮਰਦਾਸ ਮਹਾਰਾਜ ਵੀ ਇੱਕ ਮਨ ਇੱਕ ਚਿੱਤ ਦੀ ਗੱਲ ਕਰਦੇ ਆ। ਜੇ ਰੱਬ ਨੂੰ ਜਪਣ ਬੈਠਾ ਹੈ ਨਾ, ਜੇ ਨਿਰੰਕਾਰ ਨੂੰ ਸਿਮਰਨ ਬੈਠਾ ਹੈ, ਤੇ ਮੈਂ ਤੈਨੂੰ ਸਮਝਾਉਂਦੇ ਆ, ਇਹ ਮਨ ਹਰਿ ਜੀ ਧਿਆਏ ਤੂੰ। ਹਰੀ ਪ੍ਰਭਾਵ ਇੱਕ ਮਨ ਹੋਏ ਇੱਕ ਚਿੱਤ। ਗੁਰੂ ਅਮਰਦਾਸ ਮਹਾਰਾਜ ਜੀ ਵੀ ਇਹੀ ਕਹਿ ਰਿਹਾ, ਇਹ ਮਨ ਹਰਿ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ। ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ, ਉਹਦੇ ਭੈ ਉਹਦੇ ਪਿਆਰ ਵਿੱਚ ਰਹਿ ਕੇ ਰੱਬ ਨੂੰ ਧਿਆ। ਫਿਰ ਚੇਤੇ ਰੱਖੀ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾਏ। ਸਾਰੀਆਂ ਵਡਿਆਈਆਂ ਤੇਰੀ ਝੋਲੀ ਵਿੱਚ ਪਾ ਦੇਗਾ, ਬਸ ਇੱਕ ਮਨ ਇੱਕ ਚਿੱਤ ਹੋ ਕੇ ਤੂੰ ਧਿਆਈ। ਹੁਣ ਆਪਾਂ ਇਤਿਹਾਸ ਵਿੱਚ ਇੱਕ ਉਦਾਹਰਨ ਵੇਖਦੇ ਹਾਂ ਨਾ, ਭਾਈ ਗੋਪਾਲਾ ਅਖੀਰ ਵਿੱਚ ਆ ਕੇ ਥੋੜਾ ਜਿਹਾ ਮਨ ਉਹਦਾ ਉਖੜਦਾ ਹੈ, ਪਰ
ਵਡਿਆਈਆਂ ਤਾਂ ਗੁਰੂ ਨਾਨਕ ਮਹਾਰਾਜ ਨੇ ਫਿਰ ਵੀ ਉਹਦੀ ਝੋਲੀ ਵਿੱਚ ਪਾ ਦਿੱਤੀਆਂ। ਸਤਿਗੁਰੂ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਸਤਿਗੁਰੂ ਜੀ ਨੇ ਪਾ ਦਿੱਤੀਆਂ ਨਾ ਝੋਲੀ ਦੇ ਵਿੱਚ, ਪਰ ਗੱਲ ਇੰਨੀ ਹੈ ਕਿ ਵੀ ਧਿਆਉਣਾ ਕਿਵੇਂ ਹੈ। ਸਤਿਗੁਰੂ ਜੀ ਕਹਿੰਦੇ ਆ ਰੱਬ ਨੂੰ ਇਸ ਤਰ੍ਹਾਂ ਧਿਆ ਜਿਵੇਂ ਸਤਿਗੁਰੂ ਜੀ ਕਹਿੰਦੇ ਕੁੱਤਾ ਆਪਣੇ ਹੁਕਮਰਾਨ ਦੇ ਦਰ ਤੇ ਬੈਠਾ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਨਾਨਕ ਇਹ ਬਿਦ ਹਰ ਭਜੋ, ਹੈ ਨਾਨਕ ਆਖ ਇਹ ਬਿਦ, ਇਸ ਵਿਧੀ ਦੇ ਨਾਲ, ਬਿਦ ਦਾ ਅਰਥ ਹੁੰਦਾ ਇਹ ਜੁਗਤੀ, ਇਹ ਤਰੀਕਾ, ਇਹ ਢੰਗ, ਇਹ ਮੈਥਡ, ਇਸ ਢੰਗ ਦੇ ਨਾਲ ਉਸ ਰੱਬ ਨੂੰ ਭਜ। ਇੱਕ ਮਨ ਹੋ ਕੇ, ਭਾਵ ਤੇਰਾ ਮਨ ਇਕਾਗਰ ਹੋ ਜਾਏ, ਇੱਕ ਮਨ ਹੋਏ, ਇੱਕ ਚਿੱਤ, ਆਪਣੇ ਚਿੱਤ ਨੂੰ, ਆਪਣੀ ਸੁਰਤ ਨੂੰ ਇੱਕ ਚਿੱਤ ਬਣਾ ਲੈ, ਫਿਰ ਤੂੰ ਰੱਬ ਨੂੰ ਧਿਆ ਸਕਦਾ ਹੈ, ਫਿਰ ਤੂੰ ਰੱਬ ਨੂੰ ਜਪ ਸਕਦਾ ਹੈ। ਫਿਰ ਰੱਬ ਜਪਿਆ ਹੋਇਆ, ਧਿਆਇਆ ਹੋਇਆ, ਸਤਿਗੁਰੂ ਜੀ ਕਹਿੰਦੇ ਤੇਰਾ ਸਫਲ ਹੋ ਜਾਏਗਾ। ਫਿਰ ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਆ ਧਿਆਏ ਧਿਆਏ ਭਗਤੈ ਸੁਖ ਪਾਇਆ। ਜਦੋਂ ਤੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣਾ ਸ਼ੁਰੂ ਕਰ ਦੇਗਾ ਨਾ, ਜਿਵੇਂ ਭਗਤਾਂ ਨੇ ਧਿਆ ਕੇ ਸੁਖ ਪ੍ਰਾਪਤ ਕਰ ਲਿਆ, ਤੇਰੇ ਹਿਰਦੇ ਦੇ ਅੰਦਰ ਵੀ ਸੁਖ ਪੈਦਾ ਹੋ ਜਾਏਗਾ, ਕਿਉਂਕਿ ਸੁਖ ਸਾਰਾ ਖਲੋਤਾ ਹੀ ਧਿਆਉਣ ਦੇ ਵਿੱਚ ਹੈ। ਸੁਖ ਸਾਰਾ ਖਲੋਤਾ ਹੀ ਪਰਮਾਤਮਾ ਦੇ ਸਿਮਰਨ ਵਿੱਚ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਪਹਿਲੀ ਅਸ਼ਟਪਦੀ ਵਿੱਚ ਕਹਿ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਵਿੱਚ ਹੀ ਸਾਰਾ ਕੁਝ ਖਲੋਤਾ ਹੈ। ਸੋ ਸਤਿਗੁਰੂ ਜੀ ਕਹਿੰਦੇ ਆ ਉਸ ਰੱਬ ਨੂੰ ਜੇ ਧਿਆਉਣਾ ਹੈ, ਆ ਉਦਾਹਰਣ ਮੈਂ ਤੇਰੇ ਅੱਗੇ ਰੱਖ ਦਿੱਤੀ ਹੈ, ਇਸ ਤਰ੍ਹਾਂ ਰੱਬ ਨੂੰ ਧਿਆਉਣਾ ਕਰ। ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ ਇਹ ਪਾਵਨ ਬਚਨ ਸਾਡੇ ਹਿਰਦੇ ਅੰਦਰ ਵਸ ਜਾਏ। ਬਚਨ ਦੀ ਵਿਚਾਰ ਕਰਦੇ ਆ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਦੇਣਾ ਮੇਰੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।